ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਦੋ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ, ਲਗਾਤਾਰ ਇਹ ਗੱਲ ਕਹਿੰਦੇ ਆ ਰਿਹਾ ਪਿਛਲੇ ਕਈ ਦਿਨਾਂ ਦੇ, ਕਿ ਮੈਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਂ ਪਾਰਟੀ ਬਣਾਵਾਂਗਾ। ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਉਹ ਕਹਿੰਦੇ ਕਿ ਮੈਂ ਭਾਜਪਾ ਦੇ ਨਾਲ ਗੱਠਜੋੜ ਵੀ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਦੇ ਇਸ ਐਕਸ਼ਨ ਤੇ, ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਬਿਆਨਾਂ ਤੇ ਹੁਣ ਹਾਈ ਕਮਾਨ ਦਾ ਵੀ, ਕਾਂਗਰਸ ਹਾਈ ਕਮਾਨ ਦਾ ਵੀ ਜਿਹੜਾ ਵੱਡਾ ਬਿਆਨ ਆਇਆ, ਪ੍ਰਤੀਕਰਮ ਆਇਆ। ਕੀ ਕੁਝ ਕਹਿੰਦੇ ਨੇ ਕੈਪਟਨ ਬਾਰੇ ਹਾਈ ਕਮਾਨ, ਕੀ ਕੁਝ ਹਾਈ ਕਮਾਨ ਖੁਲਾਸੇ ਕਰ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ, ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਹਾਈ ਕਮਾਨ ਦੇ ਬਾਰੇ ਖੁਲਾਸੇ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰੀ ਦੱਸ ਰਹੇ ਨੇ ਕੀ ਕੁਝ ਗੱਲਬਾਤ ਉਹਨਾਂ ਦੀ ਹੁੰਦੀ ਰਹੀ ਹਾਈ ਕਮਾਨ ਦੇ ਨਾਲ, ਉਹ ਵੀ ਤੁਹਾਨੂੰ ਦੱਸਾਂਗੇ ਕੀ ਕੁਝ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ। ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੀਐਮ ਨੂੰ ਲੈ ਕੇ ਹਾਈ ਕਮਾਨ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ, ਤਾਂ ਹਾਈ ਕਮਾਨ ਸੀਐਮ ਨੂੰ ਲੈ ਕੇ ਕੀ ਸੋਚਦੀ ਸੀ ਕਿ ਕੌਣ ਹੋਏਗਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਸੀਐਮ। ਤਾਂ ਉਸ ਪੂਰੇ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਵੀ ਖੁਲਾਸੇ ਕਰਦੇ ਨਜ਼ਰ ਆਏ ਨੇ। ਯਾਨੀ ਕਿ ਪਹਿਲਾਂ ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਤੇ ਪਲਟਵਾਰ ਕਰ ਰਹੀ ਹੈ, ਕੀ ਕੁਝ ਕਹਿੰਦੀ ਹੈ ਉਸ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਲਟਵਾਰ ਕਰ ਰਹੇ ਨੇ, ਜਿਹੜਾ ਹਾਈ ਕਮਾਨ ਦੇ ਉੱਪਰ ਖੁਲਾਸੇ ਕਰ ਰਹੇ ਨੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੀਐਮ ਬਾਰੇ ਹਾਈ ਕਮਾਨ ਕੀ ਸੋਚਦੀ ਹੈ। ਇਸ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸਰ, ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਹੋਰੀ ਹੁਣ ਇਹੀ ਗੱਲਾਂ ਕਹਿ ਰਹੇ ਆ ਕਿ ਮੈਂ ਪਾਰਟੀ ਬਣਾਵਾਂਗਾ, ਭਾਜਪਾ ਦੇ ਨਾਲ ਗੱਠਜੋੜ ਕਰਾਂਗਾ, ਤਾਂ ਹੁਣ ਹਰੀਸ਼ ਰਾਵਤ ਦਾ ਵੱਡਾ ਬਿਆਨ ਆਇਆ। ਹਰੀਸ਼ ਰਾਵਤ ਕਹਿੰਦੇ ਨੇ ਕਿ ਸਾਨੂੰ ਤਾਂ ਇਹ ਸਭ ਕੁਝ ਪਹਿਲਾਂ ਹੀ ਪਤਾ ਸੀਗਾ ਕਿ ਸਾਰਾ ਕੁਝ ਏਦਾਂ ਹੀ ਚੱਲ ਰਿਹਾ। ਕਿਵੇਂ ਦੇਖਦੇ ਹੋ ਹਾਈ ਕਮਾਨ ਦੇ ਇਸ ਬਿਆਨ ਨੂੰ, ਆਪਣੇ ਸਾਬਕਾ ਤੇ ਧੜੱਲੇਦਾਰ ਲੀਡਰ ਰਹੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ? ਬਿਲਕੁਲ, ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੈਪਟਨ ਸਾਹਿਬ ਕਿਸੇ ਵੇਲੇ ਬੜੇ ਧੜੱਲੇਦਾਰ ਔਰ ਵੱਡੇ ਲੀਡਰ ਕਾਂਗਰਸ ਦੇ ਰਹੇ ਨੇ। ਆਪਾਂ ਜਦੋਂ ਪਹਿਲਾਂ ਵੀ ਗੱਲਾਂ ਕਰਦੇ ਆ ਕਿ 17 ਦੇ ਵਿੱਚ ਉਹਨਾਂ ਦੀ ਬੜੀ ਵੱਡੀ ਚੜ੍ਹਤ ਸੀਗੀ ਔਰ ਇਸੇ ਤਰ੍ਹਾਂ 19 ਤੱਕ ਉਹ ਚੜ੍ਹਤ ਜਿਹੜੀ ਹੈਗੀ ਰਹੀ ਹੈ। ਪਰ 19 ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਜਦੋਂ ਵੇਖਿਆ ਕਿ ਵੱਡੇ ਵੱਡੇ ਵਾਅਦੇ ਕਰਕੇ ਜਿਹੜਾ ਬੰਦਾ ਆਇਆ ਸੀ ਸੱਤਾ ਦੇ ਵਿੱਚ, ਉਹ ਕੁਝ ਵੀ ਹਰਕਤ ਨਹੀਂ ਕਰ ਰਿਹਾ। ਕੋਈ ਲੋਕਾਂ ਦਾ ਉਹਨੂੰ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਉਹਨੂੰ ਲੈਣਾ ਦੇਣਾ ਨਹੀਂ ਹੈ। ਸਿਰਫ ਆਪਣੇ ਫਾਰਮ ਹਾਊਸ ਦੇ ਵਿੱਚ ਬੈਠ ਕੇ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਉਸ ਤੋਂ ਬਾਅਦ ਲੋਕਾਂ ਨੇ ਕੈਪਟਨ ਸਾਹਿਬ ਤੋਂ ਤੋੜ ਵਿਛੋੜਾ ਜਿਹੜਾ ਹੈਗਾ ਸ਼ੁਰੂ ਕੀਤਾ ਔਰ ਉਹਦਾ ਨਤੀਜਾ ਕੀ ਨਿਕਲਿਆ? ਕੱਲੇ ਲੋਕਾਂ ਨੇ ਨਹੀਂ ਕੀਤਾ, ਸਗੋਂ ਪੰਜਾਬ ਦੀ ਕਾਂਗਰਸ ਦੇ ਜਿਹੜੇ ਛੋਟੇ ਤੋਂ ਛੋਟਾ ਜਿਹੜਾ ਵਲੰਟੀਅਰ ਹੈ ਔਰ ਉਸ ਤੋਂ ਲੈ ਕੇ ਐਮਐਲਏ ਤੱਕ ਤੁਸੀਂ ਦੇਖੋਗੇ ਔਰ ਇੱਥੋਂ ਤੱਕ ਕਿ ਮਿਨਿਸਟਰ ਸਾਹਿਬਾਨ ਤੱਕ ਇਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਬਦਲਣਾ ਚਾਹੀਦਾ ਹੈ, ਕਿਉਂਕਿ ਕੈਪਟਨ ਸਾਹਿਬ ਕਰਕੇ ਜਿਹੜਾ ਹੈਗੀ ਹੈ ਕਾਂਗਰਸ ਕਾਫੀ ਜਿਹੜੀ ਹੈਗੀ ਹੈ ਬੈਕਫੁੱਟ ਤੇ ਚਲੀ ਗਈ ਸੀਗੀ। ਸੋ ਆਪਾਂ ਨੇ ਵੇਖਿਆ ਕਿ ਨਤੀਜਾ ਕੀ ਨਿਕਲਿਆ। ਨਤੀਜਾ ਇਹੀ ਨਿਕਲਿਆ ਕਿ ਹਾਈ ਕਮਾਂਡ ਨੂੰ ਕੈਪਟਨ ਸਾਹਿਬ ਨੂੰ ਕਹਿਣਾ ਪਿਆ ਕਿ ਭਾਈ ਤੁਸੀਂ ਹੁਣ ਗੱਦੀ ਛੱਡ ਦਿਓ। ਸੋ ਅਖੀਰ ਨੂੰ ਇਸ ਚੀਜ਼ ਨੂੰ ਲੈ ਕੇ, ਗੱਦੀ ਛੱਡਣ ਨੂੰ ਲੈ ਕੇ ਕੈਪਟਨ ਸਾਹਿਬ ਨੂੰ ਲੱਗਦਾ ਸੀਗਾ ਕਿ ਸ਼ਾਇਦ ਮੇਰੀ ਬੇਇੱਜ਼ਤੀ ਹੋ ਗਈ ਹੈ ਔਰ ਮੈਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ ਹੈ। ਉਹ ਬਦਲਾ ਹੁਣ ਕਿਵੇਂ ਲੈਣਾ ਚਾਹੁੰਦੇ ਨੇ? ਉਹਨਾਂ ਨੂੰ ਲੱਗਦਾ ਹੈ ਕਿ ਮੈਂ ਬੀਜੇਪੀ ਨਾਲ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਜਿਹੜੀ ਹੈਗੀ ਹੈ ਸ਼ਾਇਦ ਬਣਾ ਲੂੰਗਾ ਔਰ 117 ਬੰਦੇ ਮੈਂ ਆਪਣੀ ਨਵੀਂ ਪਾਰਟੀ ਬਣਾ ਕੇ ਖੜੇ ਕਰੂੰਗਾ ਤੇ ਅਸੀਂ ਸੱਤਾ 'ਚ ਆ ਜਾਾਂਗੇ। ਇਹ ਮੈਨੂੰ ਲੱਗਦਾ ਹੈ ਕਿ ਇਹ ਮੰਗੇਰੀ ਲਾਲ ਦੇ ਸੁਪਨੇ ਹੋ ਸਕਦੇ ਨੇ, ਪਰ ਇਹਦੇ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ। ਇਹ ਕਦੇ ਵੀ ਨਹੀਂ ਹੁੰਦਾ ਕੋਈ ਵੱਡੇ ਤੋਂ ਵੱਡਾ ਲੀਡਰ ਇਹ ਸੋਚੇ ਕਿ ਮੈਂ ਰਾਤੋਂ ਰਾਤ ਕੋਈ ਨਵੀਂ ਪਾਰਟੀ ਖੜੀ ਕਰ ਦਾਂਗਾ ਔਰ ਉਹਦੇ ਨਾਲ ਅਸੀਂ ਜਿਹੜੀ ਹੈਗੀ ਸੱਤਾ 'ਚ ਆ ਜਾਾਂਗੇ। ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਸੁਖਵਿੰਦਰ ਜੀ ਬਹੁਤ ਘੱਟ ਨਜ਼ਰ ਆਉਂਦੀਆਂ ਨੇ। ਹਾਂ, ਇਸੇ ਤਰ੍ਹਾਂ ਤੁਸੀਂ ਜਿਵੇਂ ਹਰੀਸ਼ ਰਾਵਤ ਹੋਰਾਂ ਦੀ ਗੱਲ ਕੀਤੀ ਹੈ ਜਾਂ ਵੱਖ-ਵੱਖ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ, ਚਾਹੇ ਸੁਖਜਿੰਦਰ ਰੰਧਾਵਾ ਜੀ ਹੋਣ, ਚਾਹੇ ਪ੍ਰਗਟ ਸਿੰਘ ਹੋਣ, ਉਹਨਾਂ ਨੇ ਵੀ ਰਾਜਾ ਵੜਿੰਗ ਜੀ ਹੋਣ, ਉਹਨਾਂ ਨੇ ਲਗਾਤਾਰ ਇਹੀ ਬਿਆਨ ਦਿੱਤੇ ਨੇ ਕਿ ਭਾਈ ਸਾਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਕੈਪਟਨ ਸਾਹਿਬ ਬੀਜੇਪੀ ਦੇ ਇਸ਼ਾਰੇ ਤੇ ਚੱਲ ਰਹੇ ਨੇ ਔਰ 4.5 ਸਾਲ ਦਾ ਜਿਹੜਾ ਪੀਰੀਅਡ ਰਿਹਾ ਉਹਨਾਂ ਦਾ, ਉਹ ਇਹੀ ਹੈ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੀ ਤਾਂ ਕਾਂਗਰਸ ਦੀ ਤਾਂ ਕੋਈ ਗੱਲ ਹੀ ਨਹੀਂ ਸੁਣ ਰਿਹਾ। ਇਸੇ ਤਰ੍ਹਾਂ ਬਹੁਤ ਵਾਰੀ 25-75 ਦੀ ਵੀ ਗੱਲ ਜਿਹੜੀ ਹੈਗੀ ਹੈ ਨਵਜੋਤ ਸਿੰਘ ਕਰਦੇ ਨਜ਼ਰ ਆਏ ਸੀਗੇ। ਸੋ ਕਹਿਣ ਦਾ ਮਤਲਬ ਹੈ ਕਿ ਸਾਰੇ ਲੀਡਰਾਂ ਨੇ ਇਹੀ ਗੱਲ ਮੰਨੀ ਹੈ ਕਿ ਕੈਪਟਨ ਸਾਹਿਬ ਜਿਹੜੀ ਅੱਜ ਗੱਲ ਕਰ ਰਹੇ ਨੇ ਕਿ ਨਵੀਂ ਪਾਰਟੀ ਬਣਾਵਾਂਗਾ ਔਰ ਬੀਜੇਪੀ ਨਾਲ ਮੈਂ ਸਮਝੌਤਾ ਕਰਾਂਗਾ, ਤਾਂ ਇੱਥੋਂ ਇਹੀ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਜਾਂ ਕਾਂਗਰਸ ਦੇ ਵੱਡੇ ਲੀਡਰ ਨੇ
ਉਹਨਾਂ ਨੂੰ ਪਹਿਲਾਂ ਹੀ ਸ਼ੱਕ ਸੀਗਾ ਔਰ ਪਹਿਲਾਂ ਹੀ ਉਹ ਉਹਨਾਂ ਦੇ ਉੱਤੇ ਨਜ਼ਰ ਰੱਖੀ ਹੋਈ ਸੀਗੀ ਔਰ ਇਹੀ ਕਾਰਨ ਹੈ ਕਿ ਕੈਪਟਨ ਸਾਹਿਬ ਨੂੰ ਗੱਦੀ ਤੋਂ ਉਤਾਰਿਆ ਗਿਆ। ਇਹ ਮੈਨੂੰ ਲੱਗਦਾ ਹੈ ਕਿ ਵਧੀਆ ਗੱਲ ਹੈ ਕਿ ਵੇਲੇ ਸਿਰ ਉਹਨਾਂ ਨੇ ਮੌਕੇ ਨੂੰ ਪਛਾਣਿਆ ਔਰ ਅੱਜ ਕੈਪਟਨ ਸਾਹਿਬ ਅਲੱਗ ਥਲੱਗ ਪੈ ਚੁੱਕੇ ਨੇ। ਅੱਜ ਆਪਣੀ ਹੋਂਦ ਦੀ ਜਿਹੜੀ ਲੜਾਈ ਹੈ ਆਪਣੀ ਜਿਹੜੀ ਹੈਗੀ ਆ, ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਹੋਂਦ ਨੂੰ ਵੱਡਾ, ਕਿਉਂਕਿ ਸਿਆਸੀ ਹੋਂਦ ਦੇ ਜੇ ਤੁਸੀਂ ਰੱਖਣੀ ਹੈ ਤਾਂ ਤੁਹਾਨੂੰ ਹਰਕਤ ਕਰਨੀ ਪੈਣੀ ਹੈ। ਉਹ ਹਰਕਤ ਉਹਨਾਂ ਦੀ ਪਿਛਲੇ 4.5 ਸਾਲ ਤੋਂ ਨਜ਼ਰ ਨਹੀਂ ਆਈ। ਹੁਣ ਉਹ ਕਹਿੰਦੇ ਨੇ ਮੈਂ ਕਿ ਵੱਡੀ ਹਰਕਤ ਕਰ ਸਕਦਾ ਹਾਂ। ਸੋ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਪਹਿਲਾਂ ਉਹ ਜਿਹੜੀ ਉਹਨਾਂ ਨੇ ਹਰਕਤ ਕੋਈ ਕੀਤੀ ਨਹੀਂ ਸੀ, ਸਾਰਾ 4.5 ਸਾਲ ਸਮਾਂ ਇਦਾਂ ਹੀ ਉਹਨਾਂ ਨੇ ਗਵਾਇਆ, ਤਾਂ ਹੁਣ ਉਹ ਕਿਹੜੀ ਇਦਾਂ ਦੀ ਰਾਤੋਂ ਰਾਤ ਹਰਕਤ ਕਰਨਗੇ ਔਰ ਜਿਹਦੇ ਕਰਕੇ ਉਹ ਸੱਤਾ 'ਚ ਆ ਸਕਦੇ ਆ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਿਰਫ ਹਾਈ ਕਮਾਂਡ ਦੀ ਵੀ ਜੇਕਰ ਬਿਆਨ ਦੀ ਗੱਲ ਕਰੀਏ, ਹਰੀਸ਼ ਰਾਵਤ ਹੋਣਾ ਦੇ ਬਿਆਨ ਦੀ ਜੇਕਰ ਗੱਲ ਕਰੀਏ, ਹਰੀਸ਼ ਰਾਵਤ ਹੋਣੀ ਲਗਾਤਾਰ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਚਾਅ ਕਰਦੇ ਰਹੇ ਆ। ਜਦੋਂ ਨਵਜੋਤ ਸਿੰਘ ਸਿੱਧੂ ਇਹ ਗੱਲਾਂ, ਇਹ ਤਾਂ ਲੋਕ ਅੱਜ ਕਹਿਣ ਲੱਗੇ ਨਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ। ਨਵਜੋਤ ਸਿੰਘ ਸਿੱਧੂ ਪਹਿਲਾਂ ਤੋਂ ਹੀ ਸ਼ਰੇਆਮ ਇਹ ਗੱਲ ਕਹਿੰਦੇ ਆ ਰਹੇ ਸੀ ਕਿ ਭਾਈ 75-25 ਦੀ ਗੇਮ ਚੱਲ ਰਹੀ ਹੈ, 75-25 ਦੀ ਗੇਮ 'ਚ ਉਦੋਂ ਨਵਜੋਤ ਸਿੰਘ ਸਿੱਧੂ ਦੀ ਕੋਈ ਸੁਣਦਾ ਨਹੀਂ ਸੀ। ਅੱਜ ਜਦੋਂ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਹੋ ਕੇ ਸਾਰਿਆਂ ਦੇ ਗਲ ਪੈਂਦੇ ਆ, ਅੱਜ ਸਾਰੇ ਕਹਿਣ ਲੱਗੇ ਕਿ ਸਾਨੂੰ ਤੇ ਭਾਈ ਪਹਿਲਾਂ ਹੀ ਪਤਾ ਸੀ। ਉਦੋਂ ਕੋਈ ਬੋਲਿਆ ਨਹੀਂ ਨਵਜੋਤ ਤੋਂ ਬਿਨਾਂ, ਤਾਂ ਹਾਈ ਕਮਾਂਡ ਨੂੰ ਫਿਰ ਇਹ ਵੀ ਪੁੱਛਣ ਵਾਲਾ ਹੋਵੇ ਕਿ ਭਾਈ ਜੇ ਤੁਹਾਨੂੰ ਪਤਾ ਸੀ ਫਿਰ ਮੁੱਖ ਮੰਤਰੀ ਨੂੰ ਹਟਾਇਆ ਕਿਉਂ ਨਹੀਂ, ਤਾਂ ਫਿਰ ਕਿਉਂ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਪਰ ਇਹਨੂੰ ਬਿਠਾ ਕੇ ਰੱਖਿਆ, ਤਾਂ ਫਿਰ ਇਹਨੂੰ ਪਾਸੇ ਕਰ ਦੇਣਾ ਚਾਹੀਦਾ ਸੀ ਉਦੋਂ ਹੀ। ਕਿਉਂ ਪੰਜਾਬ ਦੇ ਲੋਕਾਂ ਦਾ ਟਾਈਮ ਬਰਬਾਦ ਕੀਤਾ? ਜੀ ਸੁਖਵਿੰਦਰ ਜੀ, ਦੇਖੋ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿੱਥੋਂ ਤੱਕ ਗੱਲ ਹੈ, ਉਹਨਾਂ ਤਾਂ ਆਪਾਂ ਜਦੋਂ 4.5 ਸਾਲ ਤੋਂ ਲੈ ਕੇ ਜਦੋਂ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਜੁਆਇਨ ਕਰਾਉਂਦੇ ਨੇ ਕੈਪਟਨ ਸਾਹਿਬ ਜਾਂ ਹੋਰ ਜਿਹੜੇ ਵੱਡੇ ਲੀਡਰ ਨੇ, ਤਾਂ ਉੱਥੋਂ ਹੀ ਇਹਨਾਂ ਦਾ ਜਿਹੜਾ ਪਾੜਾ ਹੈ ਇੱਕ ਦੂਜੇ ਦੇ ਪ੍ਰਤੀ ਉਹ ਸ਼ੁਰੂ ਹੁੰਦਾ ਹੈ। ਸੋ ਇਸ ਕਰਕੇ ਉਹ ਲਗਾਤਾਰ 4.5 ਸਾਲ ਚੱਲਦਾ ਹੈ ਔਰ ਨਵਜੋਤ ਸਿੰਘ ਸਿੱਧੂ ਤਾਂ ਹਮੇਸ਼ਾ ਹੀ ਕਹਿੰਦੇ ਰਹੇ ਨੇ ਕਿ ਜਿੰਨੀ ਦੇਰ ਕੈਪਟਨ ਸਾਹਿਬ ਕਾਂਗਰਸ ਦੇ ਵਿੱਚ ਰਹਿਣਗੇ ਉਹਨਾਂ ਦੇ ਨਾਲ ਜਿਹੜੀ ਕਾਂਗਰਸ ਆ ਉਹ ਕਦੇ ਵੀ ਡਿਵੈਲਪ ਨਹੀਂ ਹੋ ਸਕਦੀ। ਸੋ ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਾਰਜਕਾਲ ਰਿਹਾ 4.5 ਸਾਲ ਦਾ ਕਾਂਗਰਸ ਦੇ ਵਿੱਚ, ਉਹ ਬਹੁਤ ਹੀ ਉਹਨਾਂ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਚਾਹੇ ਉਹ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘੇ ਦੀ ਗੱਲ ਹੋਵੇ, ਜਦੋਂ ਹਾਲਾਂਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਾਉਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਪਰ ਕੈਪਟਨ ਸਾਹਿਬ ਨੇ ਉਸ ਚੀਜ਼ ਨੂੰ ਬਹੁਤ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਜਦੋਂ ਵੀ ਉਹਨਾਂ ਨੇ ਪੰਜਾਬ ਮਾਡਲ ਦੀ ਗੱਲ ਕੀਤੀ ਜਾਂ ਮਾਫੀਏ ਨੂੰ ਕੰਟਰੋਲ ਕਰਨ ਦੀ ਗੱਲ ਕੀਤੀ ਜਾਂ ਹੋਰ ਪੰਜਾਬ ਦਾ ਖਜ਼ਾਨਾ ਭਰਨ ਦੀ ਗੱਲ ਕੀਤੀ, ਇਸ ਤਰ੍ਹਾਂ ਦੇ ਬਹੁਤ ਵੱਡੇ ਉਹ ਜਿਹੜੇ ਬਲੂ ਪ੍ਰਿੰਟ ਉਹ ਲੈ ਕੇ ਆਏ ਕੈਪਟਨ ਸਾਹਿਬ ਦੇ ਦੌਰ ਦੇ ਵਿੱਚ, ਤਾਂ ਉਹਨਾਂ ਬਲੂ ਪ੍ਰਿੰਟਾਂ ਨੂੰ ਜਿਹੜਾ ਹੈਗਾ ਸੁੱਟ ਦਿੱਤਾ ਗਿਆ, ਉਹਨਾਂ ਦੀ ਕੋਈ ਨਹੀਂ ਸੁਣੀ ਗਈ। ਸੋ ਇੱਥੋਂ ਸਾਨੂੰ ਇਹੀ ਸਿੱਧ ਹੁੰਦਾ ਹੈ ਕਿ ਕੈਪਟਨ ਸਾਹਿਬ ਲਗਾਤਾਰ ਬੀਜੇਪੀ ਦੀ ਭਾਸ਼ਾ ਬੋਲਦੇ ਰਹੇ ਨੇ ਔਰ ਅੱਜ ਜੇਕਰ ਹਾਈ ਕਮਾਂਡ ਇਹ ਗੱਲ ਕਰ ਰਹੀ ਹੈ ਤਾਂ ਹਾਈ ਕਮਾਂਡ ਨੂੰ ਵੀ ਚਾਹੀਦਾ ਸੀਗਾ ਕਿ ਉਸ ਵੇਲੇ ਕੈਪਟਨ ਸਾਹਿਬ ਦੀ ਬਜਾਏ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣਾ ਬਣਦਾ ਸੀਗਾ, ਉਹਦੇ ਪੱਖ 'ਚ ਖੜਨਾ ਚਾਹੀਦਾ ਸੀਗਾ। ਔਰ ਜੇਕਰ ਉਦੋਂ ਹੀ ਖੜੇ ਹੁੰਦੇ ਤਾਂ ਅੱਜ ਇਹ ਸਥਿਤੀ ਜਿਹੜੀ ਹੈਗੀ ਹੈ ਕਾਂਗਰਸ ਦੀ ਬਣੀ ਹੈ ਪੰਜਾਬ ਦੇ ਵਿੱਚ, ਇਹ ਸਥਿਤੀ ਨਹੀਂ ਸੀ ਆਉਣੀ। ਸੋ ਇਸ ਕਰਕੇ ਜੇਕਰ ਉਹ ਮੌਕਾ ਸੰਭਾਲਿਆ ਹੁੰਦਾ, ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਉਸ ਵੇਲੇ ਜਦੋਂ ਨਵਜੋਤ ਸਿੰਘ ਸਿੱਧੂ ਇਹ ਗੱਲਾਂ ਕਰ ਰਹੇ ਸੀਗੇ, ਜਦੋਂ ਨਵਜੋਤ ਸਿੰਘ ਬਲੂ ਪ੍ਰਿੰਟ ਦੇ ਰਹੇ ਸੀਗੇ ਪੰਜਾਬ ਦੇ ਬਾਰੇ, ਜਦੋਂ ਨਵਜੋਤ ਸਿੰਘ ਸਿੱਧੂ ਵੱਖ-ਵੱਖ ਕੰਮਾਂ ਦੇ ਉੱਤੇ ਆਪਣਾ ਧਿਆਨ ਦੇ ਰਹੇ ਸੀ, ਜਦੋਂ ਉਹ ਕੈਬਨਿਟ ਮੰਤਰੀ ਹੁੰਦੇ ਹੋਏ ਵੀ ਬਹੁਤ ਸਾਰੀਆਂ ਗੱਲਾਂ ਕਰ ਰਹੇ ਸੀਗੇ ਔਰ ਜਦੋਂ ਕੈਬਨਿਟ ਮੰਤਰੀ ਤੋਂ ਉਹਨਾਂ ਨੂੰ ਉਤਾਰਿਆ ਗਿਆ ਫਿਰ ਵੀ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਨੇ ਕੀਤੀਆਂ ਸੀਗੀਆਂ, ਪਰ ਉਹਨਾਂ ਦੀਆਂ ਗੱਲਾਂ ਦੇ ਉੱਤੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਔਰ ਨਤੀਜਾ ਕੀ ਆਪਾਂ ਵੇਖ ਰਹੇ ਹਾਂ? ਨਤੀਜਾ ਇਹ ਹੋਇਆ ਕਿ ਅਖੀਰ ਨੂੰ ਬਹੁਤ ਵੱਡੀ ਫੁੱਟ ਪਈ ਕਾਂਗਰਸ ਦੇ ਵਿੱਚ ਔਰ ਕਾਟੋ ਕਲੇਸ਼ ਕਿੰਨੇ ਮਹੀਨੇ ਚੱਲਦਾ ਰਿਹਾ ਔਰ ਨਤੀਜਾ ਕੀ ਹੋ ਗਿਆ ਕਿ ਇੱਕ ਵਾਰੀ ਤਾਂ ਇਹ ਲੱਗਦਾ ਸੀਗਾ ਕਿ ਕਾਂਗਰਸ ਜਿਹੜੀ ਹੈਗੀ ਹੈ ਇਹ ਪੰਜਾਬ ਦੇ ਵਿੱਚੋਂ ਜਲਦੀ ਖਤਮ ਹੋਣ ਦੀਆਂ ਸੰਭਾਵਨਾਵਾਂ ਲੱਗਦੀਆਂ ਸੀਗੀਆਂ। ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਪ੍ਰਧਾਨ ਬਣਾਇਆ ਗਿਆ ਉਦੋਂ ਉਹਨਾਂ ਨੇ ਸਮੇਂ ਨੂੰ ਸੰਭਾਲਿਆ ਔਰ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਕੰਟਰੋਲ ਕੀਤਾ। ਸੋ ਉਹਦਾ ਨਤੀਜਾ ਕੀ ਹੈ ਕਿ ਅੱਜ 22 ਦੇ ਵਿੱਚ ਜਿਹੜੀ ਹੈਗੀ ਹੈ ਕਾਂਗਰਸ ਇਹ ਸੋਚ ਰਹੀ ਹੈ ਕਿ ਅਸੀਂ ਸ਼ਾਇਦ ਦੁਬਾਰਾ ਆ ਜਾਈਏ। ਸੋ ਜੇਕਰ ਕੈਪਟਨ ਸਾਹਿਬ ਰਹਿੰਦੇ ਤਾਂ ਲਾਜ਼ਮੀ ਤੌਰ ਤੇ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਉਤਾਰਨਾ ਇਹ ਵੀ ਇੱਕ ਵੱਡੀ ਗੱਲ ਸੀਗੀ। ਪਰ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਇਹਦੇ ਵਿੱਚ ਇਹੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਸਵਾਲ ਕਿਸੇ ਵੇਲੇ ਉਠਾਉਂਦੇ ਰਹੇ ਨੇ, ਵੱਖ-ਵੱਖ ਸਮਿਆਂ ਤੇ ਉਠਾਉਂਦੇ ਰਹੇ ਨੇ, ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਜ਼ਰੂਰ ਹਾਈ ਕਮਾਂਡ ਨੂੰ ਔਰ ਉਹਨਾਂ ਦੇ ਜਿਹੜੇ ਸਾਥੀ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀ। ਹਾਂ, ਪ੍ਰਗਟ ਸਿੰਘ ਵੀ ਆਪਾਂ ਨੂੰ ਪਤਾ ਹੈ ਕਿ ਲਗਭਗ 2.5 ਸਾਲ ਪਹਿਲਾਂ ਉਹਨਾਂ ਨੇ ਚਿੱਠੀਆਂ ਲਿਖ ਕੇ ਜਿਹੜਾ ਸੀਗਾ ਇਹੀ ਗੱਲ ਕਹੀ ਸੀ ਕਿ ਭਾਈ ਜਿਹੜਾ ਹੈਗਾ ਕੈਪਟਨ ਸਾਹਿਬ ਦੀ ਜਿਹੜੀ ਕਾਰਜਸ਼ੈਲੀ ਆ ਉਹ ਬਹੁਤ ਹੀ ਵਧੀਆ ਨਹੀਂ ਹੈ,
ਇਹਨਾਂ ਨੂੰ ਆਪਣੀ ਕਾਰਜਸ਼ੈਲੀ ਬਦਲਣ ਦੀ ਲੋੜ ਹੈ। ਪਰ ਪ੍ਰਗਟ ਸਿੰਘ ਹੋਰਾਂ ਦੀ ਗੱਲਾਂ ਦੇ ਉੱਤੇ ਵੀ ਬਹੁਤਾ ਧਿਆਨ ਉਸ ਵੇਲੇ ਨਹੀਂ ਦਿੱਤਾ ਗਿਆ। ਸੋ ਇਹੀ ਕਿਹਾ ਗਿਆ ਕਿ ਇਹ ਤਾਂ ਅਨੁਸ਼ਾਸਨ ਤੋੜਦੇ ਆ। ਸੋ ਇੱਕ ਪਾਸੇ ਅਨੁਸ਼ਾਸਨ ਤੋੜਨ ਦੀ ਗੱਲਾਂ ਇਹਨਾਂ ਲੀਡਰਾਂ ਦੇ ਉੱਤੇ ਜਿਹੜੀ ਹੈਗੀ ਹੈ ਦੋਸ਼ ਲਗਾਏ ਗਏ, ਔਰ ਦੂਜੇ ਪਾਸੇ ਕੈਪਟਨ ਸਾਹਿਬ ਦੇ ਉੱਤੇ ਕੋਈ ਕਾਰਵਾਈ ਨਾ ਹੋਣ ਦਾ ਨਤੀਜਾ ਕੀ ਨਿਕਲਿਆ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਕਿੱਡਾ ਵੱਡਾ ਕਾਟੋ ਕਲੇਸ਼ ਜਿਹੜਾ ਪਿਆ, ਔਰ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਆ। ਸੁਖਵਿੰਦਰ ਜੀ, ਇੱਕ ਪਾਸੇ ਜਿੱਥੇ ਹਾਈ ਕਮਾਨ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਇਲਜ਼ਾਮਬੰਦੀ ਕਰ ਰਹੀ ਹੈ ਤੇ ਨਾਲ ਉਹਨਾਂ ਤੇ ਜਿਹੜੇ ਇਹ ਵੀ ਗੱਲਾਂ ਕਹਿ ਰਹੀ ਹੈ ਕਿ ਸਾਨੂੰ ਤੇ ਭਾਈ ਪਹਿਲਾਂ ਹੀ ਪਤਾ ਸੀ, ਖੁਲਾਸੇ ਕਰ ਰਹੀ ਹੈ, ਤਾਂ ਦੂਜੇ ਪਾਸੇ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਖੁਲਾਸੇ ਕਰ ਰਹੇ ਨੇ। ਉਹ ਕਹਿੰਦੇ ਕਿ ਮੈਂ ਹਾਈ ਕਮਾਨ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਭਾਈ ਮੈਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਨੂੰ ਜਿਤਾਉਣ ਦਿਓ, ਤੁਸੀਂ 22 ਤੋਂ ਬਾਅਦ ਸੀਐਮ ਜਿਹਨੂੰ ਮਰਜ਼ੀ ਕਹਿੰਦੇ ਬਣਾ ਦਿਓ। ਕਿਵੇਂ ਦੇਖਦੇ ਹੋ ਕਿ ਇਹ ਗੱਲਬਾਤ ਹੋਈ ਹੋ ਕਿ ਕੈਪਟਨ ਅਮਰਿੰਦਰ ਸਿੰਘ ਇਹ ਕਰ ਦਿੰਦੇ, ਚੋਣਾਂ ਜਿਤਾ ਕੇ ਸੀਐਮ ਕਿਸੇ ਹੋਰ ਨੂੰ ਬਣਾ ਦਿੰਦੇ, ਕੀ ਇਹ ਗੱਲਾਂ ਹੋ ਸਕਦੀਆਂ ਸੀ? ਸੁਖਵਿੰਦਰ ਜੀ ਦੇਖੋ, ਪੰਜਾਬ ਦੇ ਲੋਕਾਂ ਨੂੰ ਕੈਪਟਨ ਸਾਹਿਬ ਨੇ ਇੰਨਾ ਮਤਲਬ ਬੁੱਧੂ ਸਮਝ ਲਿਆ ਕਿ ਉਹ ਬਿਨਾਂ ਕੰਮ ਕੀਤੇ, ਬਿਨਾਂ ਕੋਈ ਜਿਹੜਾ ਹੈਗਾ ਵਾਅਦਾ ਪੂਰਾ ਕੀਤੇ ਕੈਪਟਨ ਸਾਹਿਬ ਨੂੰ ਵੋਟਾਂ ਪਾ ਦਿੰਦੇ। ਇਹ ਮੈਨੂੰ ਲੱਗਦਾ ਹੈ ਕਿ ਕਿੱਡੀ ਵੱਡੀ ਮੈਨੂੰ ਹਾਸੋਹੀਣੀ ਗੱਲ ਲੱਗਦੀ ਹੈ ਕਿ ਅੱਜ ਵੀ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਬਾਰੇ ਜੋ ਪੰਜਾਬ ਦੇ ਲੋਕਾਂ ਦੇ ਵਿੱਚ ਜੋ ਚਰਚਾ ਹੈ ਉਹ ਇਹੀ ਹੈ ਕਿ ਇਹਨਾਂ ਨੇ 4.5 ਸਾਲ ਜਿਹੜੇ ਨੇ ਉਹ ਆਪਣੇ ਫਾਰਮ ਹਾਊਸ ਦੇ ਵਿੱਚ ਬਿਤਾਏ ਨੇ। ਕਿਸੇ ਵੇਲੇ ਤਾਂ ਇਹ ਵੀ ਹੁੰਦਾ ਸੀਗਾ ਕਿ ਆਪਣਾ ਜਿਹੜਾ ਸਰਕਾਰੀ ਆਫਿਸ ਹੈ ਉਹਦੇ ਵਿੱਚ ਵੀ ਉਹ ਕੈਪਟਨ ਸਾਹਿਬ ਨਹੀਂ ਸੀ ਜਾਂਦੇ। ਆਪਾਂ ਨੂੰ ਪਤਾ ਹੈ ਕਿ ਆਪਾਂ ਸਾਰੇ ਜਾਣਦੇ ਹਾਂ, ਪਿਛਲਾ ਆਪਾਂ ਸਾਰਾ ਕਵਰ ਕਰਦੇ ਰਹੇ ਹਾਂ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਬਹੁਤ ਵੱਡਾ ਭੁਲੇਖਾ ਹੈ ਜਾਂ ਉਹ ਬਹੁਤ ਵੱਡਾ ਝੂਠ ਬੋਲ ਰਹੇ ਨੇ ਕਿ ਮੈਂ ਤਾਂ ਜੀ ਹਾਈ ਕਮਾਂਡ ਨੂੰ ਉਦੋਂ ਕਿਹਾ ਸੀਗਾ ਕਿ 22 ਦੇ ਵਿੱਚ ਵੀ ਮੈਂ ਤੁਹਾਨੂੰ ਚੋਣਾਂ ਜਿਤਾ ਕੇ ਦੇਵਾਂਗਾ। ਇਹ ਚੋਣਾਂ ਜਿਹੜੀਆਂ ਸੀ ਕਿਵੇਂ ਜਿੱਤਦੇ, ਕਿਵੇਂ ਕਿਸ ਬਿਨਾਹ ਦੇ ਉੱਤੇ ਜਿੱਤਦੇ, ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਪੰਜਾਬ ਦੇ ਵਿੱਚ ਜਾਂਦੇ, ਇਹ ਗੱਲ ਜਿਹੜੀ ਹੈਗੀ ਹੈ ਸਮਝ ਤੋਂ ਪਰੇ ਹੈ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਪਹਿਲਾਂ ਵੀ ਬੁੱਧੂ ਬਣਾਉਂਦੇ ਰਹੇ ਨੇ, ਹੁਣ ਵੀ ਬੁੱਧੂ ਬਣਾ ਰਹੇ ਨੇ। ਆਪਣੀ ਹਾਈ ਕਮਾਂਡ ਨੂੰ ਵੀ ਬੁੱਧੂ ਬਣਾਉਣ ਦੀ ਕੋਸ਼ਿਸ਼ ਹਮੇਸ਼ਾ ਹੀ ਉਹਨਾਂ ਨੇ ਕੀਤੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਬਹੁਤਾ ਤੰਤ ਨਹੀਂ ਹੈ। ਹਾਂ, ਹੁਣ ਜੇਕਰ ਉਹ ਨਵੀਂ ਪਾਰਟੀ ਬਣਾਉਂਦੇ ਨੇ ਤਾਂ ਉਹਨਾਂ ਨੂੰ ਗੱਲਾਂ ਕਲੀਅਰ ਹੋ ਜਾਣਗੀਆਂ। ਜੇਕਰ ਉਹ ਹੁਣ ਮੰਨ ਲਓ 22 ਦੇ ਵਿੱਚ ਜੇਕਰ ਜਾਂਦੇ ਨੇ, 117 ਬੰਦੇ ਖੜੇ ਕਰਦੇ ਨੇ ਔਰ ਉਹਨਾਂ 117 ਬੰਦਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਲਾਜ਼ਮੀ ਨੇ। ਸੋ ਇਸ ਕਰਕੇ ਉਹਨਾਂ ਨੂੰ ਉਦੋਂ ਪਤਾ ਲੱਗ ਜਾਏਗਾ। ਸੋ ਇਸ ਕਰਕੇ ਉਮੀਦ ਇਹੀ ਕੀਤੀ ਜਾਣੀ ਬਣਦੀ ਹੈ ਕਿ ਜਿਹੜੇ ਉਹ ਮੁਗਰੀ ਲਾਲ ਦੇ ਸੁਪਨੇ ਪਾਲ ਰਹੇ ਨੇ। ਦੂਜੇ ਪਾਸੇ ਡਾਕਟਰ ਸਾਹਿਬ ਇਹ ਵੀ ਗੱਲ ਹੈ ਕਿ ਜੇਕਰ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਭਾਈ ਠੀਕ ਆ, ਚਲੋ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਮੰਨ ਵੀ ਲਈ ਜਾਵੇ ਕਿ ਚਲੋ ਜਿਤਾ ਦਿੰਦੇ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ, ਚਲੋ ਇੱਕ ਮਿੰਟ ਦੀ ਆਪਾਂ ਜੇ ਮੰਨ ਵੀ ਲਈਏ, ਤਾਂ ਕੀ ਕੈਪਟਨ ਅਮਰਿੰਦਰ ਸਿੰਘ ਇੰਨੇ ਨਰਮ ਹੈਗੇ ਸੀ ਕਿ ਚੋਣਾਂ ਜਿਤਾਉਣ ਤੋਂ ਬਾਅਦ ਹਾਈ ਕਮਾਨ ਨੂੰ ਕਹਿ ਦਿੰਦੇ ਲਓ ਭਾਈ ਚੋਣਾਂ ਮੈਂ ਤੁਹਾਨੂੰ ਜਿਤਾਤੀਆਂ ਤੇ ਸੀਐਮ ਤੁਸੀਂ ਜਿਹਨੂੰ ਮਰਜ਼ੀ ਬਣਾ ਲਓ? ਇਹ ਗੱਲ ਹੋ ਸਕਦੀ ਸੀ? ਜੇ ਉਹ ਇਹ ਗੱਲ ਨਹੀਂ ਬਰਦਾਸ਼ਤ ਕਰ ਸਕੇ ਕਿ ਮੇਰੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਗਈਆਂ, ਤਾਂ ਫਿਰ ਇਹ ਕਿੱਥੇ ਜਿਹੜੇ ਹੈਗੇ ਹਾਜ਼ਮ ਕਰ ਲੈਂਦੇ ਕਿ ਭਾਈ ਚੋਣਾਂ ਮੈਂ ਜਿਤਾਈਆਂ, ਸੀਐਮ ਕਿਸੇ ਹੋਰ ਨੂੰ? ਸੋ ਮੈਂ ਹੀ ਕਹਿ ਰਿਹਾ ਸੁਖਵਿੰਦਰ ਜੀ ਕਿ ਬਹੁਤ ਵੱਡੇ ਝੂਠ ਜਿਹੜੇ ਨੇ ਬੋਲ ਰਹੇ ਨੇ। ਪਹਿਲਾਂ ਵੀ ਹੁਣ ਤੱਕ ਆਪਾਂ ਉਹਨਾਂ ਦੀਆਂ ਝੂਠਾਂ ਬਾਰੇ ਆਪਾਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ, ਪਿਛਲੇ ਲੰਬੇ ਸਮੇਂ ਤੋਂ ਆਪਾਂ ਗੱਲਾਂ ਕਰਦੇ ਹਾਂ ਤੇ ਹੁਣ ਵੀ ਉਹ ਝੂਠ ਦੇ ਉੱਤੇ ਜਿਹੜਾ ਹੈਗਾ ਸਾਰੀ ਚੀਜ਼ ਜਿਹੜੀ ਹੈਗੀ ਹੈ ਕੋਸ਼ਿਸ਼ ਕਰ ਰਹੇ ਨੇ ਕਿ ਮੇਰੀ ਏਦਾਂ ਹੀ ਸਿਆਸਤ ਸ਼ਾਇਦ ਬਚੀ ਰਹੇਗੀ। ਏਦਾਂ ਦੇਖੋ, ਹੁਣ ਜਿਹੜਾ ਅੱਜ ਦਾ ਦੌਰ ਹੈ, ਅੱਜ 21ਵੀਂ ਸਦੀ ਦਾ ਪੰਜਾਬ ਹੈ ਇਹ, ਔਰ 21ਵੀਂ ਸਦੀ ਦੇ ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਖਾਸ ਤੌਰ ਤੇ 2021 ਦੀ ਗੱਲ ਜਦੋਂ ਅਸੀਂ ਕਰਦੇ ਹਾਂ ਔਰ ਕਿਸਾਨ ਅੰਦੋਲਨ ਤੋਂ ਬਾਅਦ ਦਾ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਲੋਕ ਜਿਹੜੇ ਨੇ ਇੰਨੇ ਬੁੱਧੂ ਨਹੀਂ ਹੈਗੇ ਕਿ ਤੁਹਾਡੇ ਇਹ ਦੁਬਾਰਾ ਫਿਰ ਉਹ ਛੜਯੰਤਰ ਦੇ ਵਿੱਚ ਫਿਰ ਤੁਸੀਂ ਜਿਹੜੇ ਹੈਗੇ ਏਡੇ ਜਿਹੜੇ ਲਾਰੇ ਲਾਏ ਸੀਗੇ, ਫਾਰਮ ਭਰ ਕੇ ਦਿੱਤੇ ਸੀ, ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀਗਾ, ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਕੀਤਾ ਸੀਗਾ, ਇਸੇ ਤਰ੍ਹਾਂ ਮਾਫੀਆ ਨੂੰ ਕੰਟਰੋਲ ਕਰਨ ਦਾ ਵਾਅਦਾ ਕੀਤਾ ਸੀਗਾ, ਸ਼੍ਰੀ ਗੁਟਕਾ ਸਾਹਿਬ ਦਾ ਨੂੰ ਹੱਥ 'ਚ ਫੜ ਕੇ ਜਿਹੜਾ ਹੈਗਾ ਸਹੁੰ ਖਾਧੀ ਸੀਗੀ ਕਿ ਅਸੀਂ ਨਸ਼ਿਆਂ ਦਾ ਲੱਕ ਤੋੜਾਂਗੇ। ਸੋ ਇਦਾਂ ਦੇ ਵੱਡੇ ਵੱਡੇ ਵਾਅਦੇ ਜਦੋਂ ਕਰਕੇ ਆਏ ਸੀਗੇ ਤਾਂ ਲੋਕ ਇਸ ਵੇਲੇ ਕੈਪਟਨ ਸਾਹਿਬ ਦੀ ਜਿਹੜੀ ਕਾਰਜਸ਼ੈਲੀ ਹੈ ਉਹਦੇ ਬਾਰੇ ਬਹੁਤ ਜਾਣਕਾਰ ਹੋ ਚੁੱਕੇ ਨੇ। ਔਰ ਕੈਪਟਨ ਸਾਹਿਬ ਕਦੇ ਵੀ ਜੇਕਰ ਉਹ ਚਾਹਣ ਕਿ ਮੈਂ ਜਿਹੜਾ ਹੈਗਾ ਅੱਗੇ ਲੱਗ ਕੇ ਕਾਂਗਰਸ ਨੂੰ ਜਿਤਾ ਦਾਂਦਾ ਔਰ ਮੈਂ ਮੁੱਖ ਮੰਤਰੀ ਦਾ ਚਿਹਰਾ ਬਣਦਾ ਜਾਂ ਨਾ ਬਣਦਾ, ਇਦਾਂ ਦੀਆਂ ਗੱਲਾਂ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਭੁਲੇਖਾ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪਣੀ ਜਿਹੜੀ ਹੋਂਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੈਪਟਨ ਸਾਹਿਬ ਦੀ ਹੋਂਦ ਜਿਹੜੀ ਹੈਗੀ ਹੈ ਉਹ ਨਹੀਂ ਹੈ ਪੰਜਾਬ ਦੇ ਵਿੱਚ ਇਸ ਵੇਲੇ। ਜੋ ਪੁਰਾਣੀ ਉਹਨਾਂ ਦੀ ਛਵੀ ਸੀਗੀ ਉਸ ਨੂੰ ਉਹਨਾਂ ਨੂੰ ਬਚਾਉਣ ਦੀ ਲੋੜ ਸੀ, ਉਹਨਾਂ ਨੂੰ
ਚੰਗੇ ਤਰੀਕੇ ਨਾਲ ਜਿਹੜੀ ਹੈਗੀ ਆਪਣੀ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਸੀ ਸਿਆਸਤ ਤੋਂ। ਸੋ ਇਸ ਕਰਕੇ ਤਾਂ ਉਹਨਾਂ ਦਾ ਲੋਕ ਜਿਹੜੇ ਸੀਗੇ ਭਲਾ ਕਰਦੇ, ਪਰ ਹੁਣ ਉਹ ਆਪਣੀ ਹੋਰ ਜਿਹੜੀ ਹੈਗੀ ਆ ਬੇਇੱਜ਼ਤੀ ਕਰਾਉਣਾ ਚਾਹੁੰਦੇ ਨੇ ਔਰ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾਉਣੀਆਂ ਚਾਹੁੰਦੇ ਨੇ। ਇਹ ਉਹਨਾਂ ਦੀ ਮਰਜ਼ੀ ਹੈ, ਪਰ ਅੱਛੀ ਗੱਲ ਇਹੀ ਹੁੰਦੀ ਕਿ ਸਮੇਂ ਸਿਰ ਉਹਨਾਂ ਨੂੰ ਬਹੁਤ ਵਧੀਆ ਮੌਕਾ ਮਿਲਿਆ ਸੀਗਾ ਰਿਟਾਇਰਮੈਂਟ ਦਾ, ਔਰ ਉਹਨਾਂ ਨੇ ਆਪ ਹੀ ਕਿਹਾ ਸੀਗਾ ਕਿ ਮੇਰੀ ਇਹ ਉਸ ਵੇਲੇ 17 ਦੇ ਵਿੱਚ ਆਖਰੀ ਪਾਰੀ ਹੋਏਗੀ, ਤੁਸੀਂ ਮੈਨੂੰ ਆਖਰੀ ਵਾਰ ਜਿਤਾ ਦਿਓ। ਸੋ ਜੇਕਰ ਉਹ ਬਾਰ-ਬਾਰ ਇਦਾਂ ਦੀ ਗੱਲ ਕਰਦੇ ਨੇ ਕਿ ਹੁਣ ਵੀ ਉਹ ਕਹਿੰਦੇ ਕਿ ਮੈਂ ਆਖਰੀ ਪਾਰੀ ਖੇਡਾਂਗਾ, ਸੋ ਇਸ ਕਰਕੇ ਇਦਾਂ ਦੀਆਂ ਗੱਲਾਂ ਮੈਨੂੰ ਲੱਗਦਾ ਹੈ ਕਿ ਸਿਰਫ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਆਪਣੇ ਆਪ ਨੂੰ ਧੋਖਾ ਦੇ ਰਹੇ ਨੇ, ਆਪਣੀ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਆਪਣੀ ਜਿਹੜੀ ਹੈਗੀ ਹੈ ਹਾਈ ਕਮਾਂਡ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਕਾਂਗਰਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ। ਇੱਥੋਂ ਤੱਕ ਕਿ ਜੇਕਰ ਬੀਜੇਪੀ ਦੇ ਵਿੱਚ ਵੀ ਜਾਂਦੇ ਨੇ ਤਾਂ ਬੀਜੇਪੀ ਦੇ ਲਈ ਵੀ ਉਹ ਇੱਕ ਬਹੁਤ ਵੱਡਾ ਧੋਖਾ ਹੋਏਗਾ, ਕਿਉਂਕਿ ਜੇਕਰ ਬੀਜੇਪੀ ਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਅੱਗੇ ਲਾ ਕੇ ਅਸੀਂ ਸ਼ਾਇਦ ਪੰਜਾਬ ਦੇ ਵਿੱਚ ਕੋਈ ਮਾੜੀ ਮੋਟੀ ਛਵੀ ਬਚਾ ਲਾਂਗੇ, ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੋਏਗੀ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਲੋਕ ਪੰਜਾਬ ਦੇ ਜਿਹੜੇ ਨੇ ਉਹ ਕਦੇ ਵੀ ਪਸੰਦ ਨਹੀਂ ਕਰਨਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ। ਸੋ ਪਹਿਲਾਂ ਉਹਨਾਂ ਦੀ ਛਵੀ ਕਿਸੇ ਵੇਲੇ ਠੀਕ ਹੈ, ਉਹਨਾਂ ਨੇ ਜਿਤਾਇਆ, ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ, ਪਰ ਹੁਣ ਏਡੀ ਵੱਡੀ ਗਲਤੀ ਪੰਜਾਬ ਦੇ ਲੋਕ ਕਦੇ ਵੀ ਨਹੀਂ ਕਰਨਗੇ। ਸੁਖਵਿੰਦਰ ਜੀ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।